नमस्कार दोस्तों, स्वागत है तुहाडा अपने यूट्यूब चैनल एग्जाम हेल्पर ए टू Z ਦੇ ਵਿੱਚ। ਅੱਜ ਅਸੀਂ ਰੀਟ एग्जाम ਤੋਂ ਸੰਬੰਧਿਤ ਪੰਜਾਬੀ ਗ੍ਰਾਮਰ ਦਾ ਜੋ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਹੈ ਯੋਜਕ। ਤਾਂ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਇਹ ਟੌਪਿਕ। ਜਿਹੜਾ ਸ਼ਬਦ ਦੋ ਸ਼ਬਦਾਂ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜੇ, ਜਿਹੜਾ ਸ਼ਬਦ ਦੋ ਸ਼ਬਦਾਂ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਅਤੇ, ਪਰ, ਕਿਉਂਕਿ, ਜਿਹੜਾ, ਇਸ ਲਈ ਆਦਿ। ਰਾਮ ਖੇਡਦਾ ਹੈ ਪਰ ਮੋਹਨ ਪੜ੍ਹਦਾ ਹੈ। ਇਹ ਪਰ ਸ਼ਬਦ ਜਿਹੜਾ ਹੈ ਇਹ ਕੀ ਹੈ? ਇਹ ਇੱਕ ਯੋਜਕ ਹੈ ਕਿਉਂਕਿ ਇਹ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਮੋਹਨ ਅੱਜ ਸਕੂਲ ਨਹੀਂ ਜਾਵੇਗਾ ਕਿਉਂਕਿ ਉਹ ਬਿਮਾਰ ਹੈ। ਤਾਂ ਕਿਉਂਕਿ ਸ਼ਬਦ ਕੀ ਹੈ? ਇਹ ਇੱਕ ਯੋਜਕ ਸ਼ਬਦ ਹੈ ਕਿਉਂਕਿ ਇਹ ਦੋਨਾਂ ਵਾਕਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਰੂਪ ਅਤੇ ਵਰਤੋਂ ਦੇ ਪੱਖ ਤੇ ਯੋਜਕ ਦੇ ਪ੍ਰਕਾਰ। ਰੂਪ ਅਤੇ ਵਰਤੋਂ ਦੇ ਪੱਖ ਤੇ ਯੋਜਕ ਦੇ ਦੋ ਪ੍ਰਕਾਰ ਹੈ। ਪਹਿਲਾ ਹੈ ਇਕਹਰੇ ਯੋਜਕ। ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ, ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਉਸ ਨੂੰ ਇਕਹਰੇ ਯੋਜਕ ਕਹਿੰਦੇ ਹੈ। ਜਿਵੇਂ ਕਿ ਅਤੇ, ਕੀ, ਜਾਂ ਆਦਿ। ਜਿਵੇਂ ਰੁਪਿੰਦਰ ਅਤੇ ਰਵਿੰਦਰ ਦੋਸਤ ਹਨ। ਰੁਪਿੰਦਰ ਤੇ ਰਵਿੰਦਰ ਦੋਸਤ ਹਨ। ਤਾਂ ਤੇ ਸ਼ਬਦ ਜਿਹੜਾ ਹੈ ਇਹ ਇੱਕ ਇਕਹਿਰਾ ਯੋਜਕ ਹੈ ਕਿਉਂਕਿ ਇਹ ਇੱਕ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਦੂਜਾ ਹੈ ਸੰਯੁਕਤ ਯੋਜਕ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕ ਨੂੰ ਸੰਯੁਕਤ ਯੋਜਕ ਕਹਿੰਦੇ ਹੈ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕ ਨੂੰ ਸੰਯੁਕਤ ਯੋਜਕ ਕਹਿੰਦੇ ਹੈ। ਜਿਵੇਂ ਕਿ ਜੇ, ਤਾਂ, ਜਦੋਂ, ਉਦੋਂ। ਜਦੋਂ ਮੈਂ ਸਕੂਲ ਪਹੁੰਚਿਆ ਉਦੋਂ ਤੱਕ ਮਾਸਟਰ ਜੀ ਆ ਚੁੱਕੇ ਸੀ। ਤੇ ਤਾਂ ਇਸ ਵਾਕ ਦੇ ਵਿੱਚ ਜਦੋਂ ਅਤੇ ਉਦੋਂ ਕੀ ਹੈ? ਇੱਕ ਸੰਯੁਕਤ ਯੋਜਕ ਹੈ। ਤਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕ ਸੰਯੁਕਤ ਯੋਜਕ ਹੁੰਦੇ ਹੈ। ਅੱਗੇ ਹੈ ਯੋਜਕ ਦੀਆਂ ਕਿਸਮਾਂ ਜਾਂ ਪ੍ਰਕਾਰ। ਯੋਜਕ ਦੀਆਂ ਦੋ ਕਿਸਮਾਂ ਹੈ। ਪਹਿਲਾ ਹੈ ਸਮਾਨ ਯੋਜਕ ਅਤੇ ਦੂਜਾ ਹੈ ਅਧੀਨ ਯੋਜਕ। ਸਮਾਨ ਯੋਜਕ ਦੀਆਂ 4 ਕਿਸਮਾਂ ਹੈ ਅਤੇ ਅਧੀਨ ਯੋਜਕ ਦੀਆਂ 7 ਕਿਸਮਾਂ ਹੈ। ਤਾਂ ਸ਼ੁਰੂ ਕਰਦੇ ਹਾਂ। ਪਹਿਲਾ ਯੋਜਕ ਸਮਾਨ ਯੋਜਕ ਜਿਹਦੀਆਂ 4 ਕਿਸਮਾਂ ਹੈ। ਸਮਾਨ ਯੋਜਕ ਕਿਹਨੂੰ ਕਹਿੰਦੇ ਹੈ? ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕੰਸ਼ਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕੰਸ਼ਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਤੇ, ਅਤੇ, ਪਰੰਤੂ ਆਦਿ। ਸੀਤਾ ਅਤੇ ਗੀਤਾ ਗਾ ਰਹੀਆਂ ਹਨ। ਸੀਤਾ ਅਤੇ ਗੀਤਾ ਗਾ ਰਹੀਆਂ ਹਨ। ਅਤੇ ਸ਼ਬਦ ਜਿਹੜਾ ਕੀ ਹੈ ਇਹ ਇੱਕ ਸਮਾਨ ਯੋਜਕ ਹੈ ਕਿਉਂਕਿ ਇਹ ਦੋ ਸਮਾਨ ਸ਼ਬਦਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਸੀਤਾ ਅਤੇ ਗੀਤਾ ਗਾ ਰਹੀਆਂ ਹਨ। ਇਹ ਕੀ ਹੈ? ਸਮਾਨ ਯੋਜਕ ਹੈ। ਸਮਾਨ ਯੋਜਕ 4 ਪ੍ਰਕਾਰ ਦੇ ਹੁੰਦੇ ਹਨ। ਤਾਂ ਸਮਾਨ ਯੋਜਕ ਦੀਆਂ 4 ਕਿਸਮਾਂ ਜਾਂ ਪ੍ਰਕਾਰ ਹੈ ਜਿਨ੍ਹਾਂ ਵਿੱਚੋਂ ਪਹਿਲਾ ਹੈ ਸਮੁੱਚੀ ਸਮਾਨ ਯੋਜਕ। ਪਹਿਲਾ ਹੈ ਸਮੁੱਚੀ ਸਮਾਨ ਯੋਜਕ। ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਦਾ ਸਮਾਨ ਉਪਵਾਕਾਂ ਨੂੰ ਸਾਧਾਰਣ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਦਾ ਸਮਾਨ ਉਪਵਾਕਾਂ ਨੂੰ ਸਾਧਾਰਣ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਉਹ ਨਾ ਕੇਵਲ ਕਵੀ ਹੈ ਸਗੋਂ ਨਾਟਕਕਾਰ ਵੀ ਹੈ। ਤਾਂ ਇਹ ਸਗੋਂ ਸ਼ਬਦ ਕੀ ਹੈ? ਇਹ ਇੱਕ ਸਮੁੱਚੀ ਸਮਾਨ ਯੋਜਕ ਹੈ ਕਿਉਂਕਿ ਇਹ ਪਹਿਲੇ ਸੁਤੰਤਰ ਵਾਕ ਉਹ ਨਾ ਕੇਵਲ ਕਵੀ ਹੈ, ਇਸ ਨੂੰ ਦੂਜੇ ਉਪਵਾਕ ਨਾਟਕਕਾਰ ਵੀ ਹੈ ਇਹਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਸਗੋਂ ਸ਼ਬਦ। ਤਾਂ ਇਹ ਸਗੋਂ ਸ਼ਬਦ ਕੀ ਹੈ? ਸਮੁੱਚੀ ਸਮਾਨ ਯੋਜਕ ਹੈ ਕਿਉਂਕਿ ਇਹ ਸ਼ਬਦ ਇਹਨਾਂ ਦੋਨਾਂ ਵਾਕਾਂ ਨੂੰ ਜੋੜ ਕੇ ਇੱਕ ਸਮੁੱਚਾ ਭਾਵ ਪ੍ਰਗਟ ਕਰਨ ਦਾ ਕੰਮ ਕਰ ਰਿਹਾ ਹੈ। ਦੂਜਾ ਹੈ ਵਿਕਲਪੀ ਸਮਾਨ ਯੋਜਕ। ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦੇ
ਵਟਾਂਦਰੇ ਦਾ ਭਾਵ ਪ੍ਰਗਟ ਹੋਵੇ। ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਚਾਹੇ ਤੂੰ ਜੁਰਮਾਨਾ ਭਰ, ਚਾਹੇ ਉਹ ਭਰੇ। ਤਾਂ ਇਹ ਚਾਹੇ ਸ਼ਬਦ ਕੀ ਹੈ? ਇਹ ਇੱਕ ਵਿਕਲਪੀ ਸਮਾਨ ਯੋਜਕ ਹੈ, ਕਿਉਂਕਿ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਵਟਾਂਦਰੇ ਦਾ ਭਾਵ ਪ੍ਰਗਟ ਕਰ ਰਿਹਾ ਹੈ। ਤਾਂ ਚਾਹੇ ਤੂੰ ਜੁਰਮਾਨਾ ਭਰ, ਚਾਹੇ ਉਹ ਭਰੇ, ਇਹ ਕੀ ਹੈ? ਵਿਕਲਪੀ ਸਮਾਨ ਯੋਜਕ ਹੈ। ਤੀਜਾ ਹੈ ਨਿਖੇਧੀ ਸਮਾਨ ਯੋਜਕ। ਜੋ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਹਨਾਂ ਦਾ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਹੋਵੇ। ਜੋ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਹਨਾਂ ਦਾ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਹੋਵੇ ਉਹਨਾਂ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਉਹ ਛੋਟਾ ਹੈ ਪਰ ਜ਼ਹਿਰ ਦਾ ਟੋਟਾ ਹੈ। ਇਹਨਾਂ ਦੋਨਾਂ ਵਾਕਾਂ ਦੇ ਵਿੱਚ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਕਰਨ ਦਾ ਕੰਮ ਕਰ ਰਿਹਾ ਹੈ, ਪਰ ਸ਼ਬਦ ਤਾਂ ਇਹ ਕੀ ਹੈ? ਨਿਖੇਧੀ ਸਮਾਨ ਯੋਜਕ ਹੈ। ਇਹਨਾਂ ਦੋਨਾਂ ਵਾਕਾਂ ਦੇ ਵਿੱਚ ਵਿਰੋਧ ਦਾ ਭਾਵ ਹੈ, ਆਪਸੀ ਟਾਕਰਾਂ ਦਾ ਭਾਵ ਹੈ, ਇਸ ਲਈ ਇਹ ਨਿਖੇਧੀ ਸਮਾਨ ਯੋਜਕ ਹੈ। ਤਾਂ ਜੋ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਹਨਾਂ ਦਾ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਹੋਵੇ ਤਾਂ ਉਹਨਾਂ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਉਹ ਛੋਟਾ ਹੈ ਪਰ ਜ਼ਹਿਰ ਦਾ ਟੋਟਾ ਹੈ। ਅੱਗੇ ਹੈ ਕਾਰਜ ਬੋਧਕ ਸਮਾਨ ਯੋਜਕ। ਚੌਥਾ ਹੈ ਕਾਰਜ ਬੋਧਕ ਸਮਾਨ ਯੋਜਕ। ਜਦੋਂ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ, ਜਦੋਂ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਇੱਕ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ, ਇੱਕ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ, ਤਾਂ ਉਹਨਾਂ ਨੂੰ ਕਾਰਜ ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਉਹ ਵਿਹਾਰ ਦਾ ਚੰਗਾ ਨਹੀਂ, ਇਸ ਲਈ ਮੈਂ ਉਧਾਰ ਨਹੀਂ ਦਿੰਦਾ। ਉਹ ਵਿਹਾਰ ਦਾ ਚੰਗਾ ਨਹੀਂ, ਇਸ ਲਈ ਮੈਂ ਉਧਾਰ ਨਹੀਂ ਦਿੱਤਾ। ਤਾਂ ਇਹਨਾਂ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਹੈ ਇਹ ਕਾਰਨ ਪ੍ਰਗਟ ਕਰ ਰਿਹਾ ਹੈ ਕਿ ਉਹ ਵਿਹਾਰ ਦਾ ਚੰਗਾ ਨਹੀਂ ਹੈ, ਇਸ ਲਈ ਦੂਜਾ ਸ਼ਬਦ ਕਾਰਜ ਪ੍ਰਗਟ ਕਰ ਰਿਹਾ ਹੈ ਕਿ ਮੈਂ ਉਸ ਨੂੰ ਉਧਾਰ ਨਹੀਂ ਦਿੱਤਾ। ਤਾਂ ਇਸ ਲਈ ਸ਼ਬਦ ਜਿਹੜਾ ਇਹਨਾਂ ਦੇ ਵਿੱਚ ਆਇਆ ਹੈ ਇਹ ਕਾਰਜ ਬੋਧਕ ਸਮਾਨ ਯੋਜਕ ਹੈ। ਤਾਂ ਜਦੋਂ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਇੱਕ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ ਤਾਂ ਉਹਨਾਂ ਨੂੰ ਕਾਰਜ ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ। ਅੱਗੇ ਹੈ ਅਧੀਨ ਯੋਜਕ। ਅਸੀਂ ਪੜ੍ਹ ਚੁੱਕੇ ਹਾਂ ਕਿ ਯੋਜਕ ਦੀਆਂ ਦੋ ਕਿਸਮਾਂ ਹੈ, ਇੱਕ ਹੈ ਸਮਾਨ ਯੋਜਕ ਅਤੇ ਦੂਜਾ ਹੈ ਅਧੀਨ ਯੋਜਕ। ਸਮਾਨ ਯੋਜਕ ਦੀਆਂ 4 ਕਿਸਮਾਂ ਹੈ ਜੋ ਅਸੀਂ ਪੜ੍ਹ ਚੁੱਕੇ ਹਾਂ ਅਤੇ ਦੂਜਾ ਹੈ ਅਧੀਨ ਯੋਜਕ ਜਿਹਦੀਆਂ 7 ਕਿਸਮਾਂ ਹੈ। ਤਾਂ ਅਧੀਨ ਯੋਜਕ ਕਿਹਨੂੰ ਕਹਿੰਦੇ ਹੈ? ਜਿਹੜੇ ਸ਼ਬਦ ਮਿਸ਼ਰਿਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਯੋਜਕ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਮਿਸ਼ਰਿਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਯੋਜਕ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਰਾਮ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਤਾਂ ਉਹ ਬਿਮਾਰ ਹੈ ਇਹ ਇੱਕ ਅਧੀਨ ਯੋਜਕ ਹੈ ਜਿਹਨੂੰ ਕਿਉਂਕਿ ਸ਼ਬਦ ਜਿਹੜਾ ਹੈ ਇਹ ਪ੍ਰਧਾਨ ਉਪਵਾਕ ਦੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਤਾਂ ਇਹ ਕੀ ਹੈ? ਅਧੀਨ ਯੋਜਕ ਹੈ। ਤਾਂ ਕਿਉਂਕਿ ਸ਼ਬਦ ਕੀ ਹੈ? ਅਧੀਨ ਯੋਜਕ, ਕਿਉਂਕਿ ਇਹ ਇਹਨਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਅਧੀਨ ਯੋਜਕ ਦੀਆਂ 7 ਪ੍ਰਕਾਰ ਜਾਂ ਕਿਸਮਾਂ ਹੈ। ਪਹਿਲਾ ਹੈ ਸਮਾਨ ਅਧਿਕਰਣ ਯੋਜਕ। ਸਮਾਨ ਅਧਿਕਰਣ ਵਾਚਕ ਅਧੀਨ ਯੋਜਕ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਸਮਾਨ ਅਧਿਕਰਣ ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਵ ਕਰ ਰਹੇ ਹਨ ਜਿਵੇਂ ਕਿ ਮੈਂ ਚੋਰ ਹੋਵਾਂ। ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਅ ਕਰ ਰਹੇ ਹਨ ਜਿਵੇਂ ਮੈਂ ਚੋਰ ਹੋਵਾਂ। ਤਾਂ ਇਹ ਇੱਕ ਕੀ ਹੈ? ਅਧੀਨ ਉਪਵਾਕ ਹੈ। ਇਹ ਪ੍ਰਧਾਨ ਉਪਵਾਕ ਦੇ ਵਿਆਖਿਆ ਕਰ ਰਿਹਾ ਹੈ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਅ ਕਰ ਰਹੇ ਹਨ ਜਿਵੇਂ ਕਿ ਮੈਂ ਚੋਰ ਹੋਵਾਂ।
ਤਾਂ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਸਮਾਨ ਅਧਿਕਰਣਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਤਾਂ ਇਸ ਵਾਕ ਦੇ ਵਿੱਚ ਜਿਹੜਾ ਜਿਵੇਂ ਸ਼ਬਦ ਹੈ ਇਹ ਕੀ ਹੈ? ਇਹ ਸਮਾਨ ਅਧਿਕਰਣਵਾਚਕ ਅਧੀਨ ਯੋਜਕ ਹੈ। ਦੂਜਾ ਹੈ ਕਾਰਣਵਾਚਕ ਯੋਜਕ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਕਾਰਣਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਮੈਂ ਸੱਚ ਬੋਲਦਾ ਹਾਂ ਇਸ ਲਈ ਸੁਖੀ ਰਹਿੰਦਾ ਹਾਂ। ਤਾਂ ਇਸ ਲਈ ਸ਼ਬਦ ਕੀ ਹੈ? ਇਹ ਇੱਕ ਕਾਰਣਵਾਚਕ ਅਧੀਨ ਯੋਜਕ ਹੈ, ਕਿਉਂਕਿ ਸੁਖੀ ਰਹਿੰਦਾ ਹਾਂ, ਸੁਖੀ ਰਹਿਣ ਦਾ ਕਾਰਨ ਕੀ ਹੈ ਕਿ ਮੈਂ ਸੱਚ ਬੋਲਦਾ ਹਾਂ। ਤਾਂ ਇਸ ਲਈ ਸ਼ਬਦ ਕੀ ਹੈ? ਕਾਰਣਵਾਚਕ ਅਧੀਨ ਯੋਜਕ ਹੈ। ਤੀਜਾ ਹੈ ਫਲਵਾਚਕ ਅਧੀਨ ਯੋਜਕ। ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜੇ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਫਲਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜੇ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਫਲਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਇਮਤਿਹਾਨ ਵਿੱਚ ਪਰਚਾ ਇੰਨਾ ਕਠਿਨ ਆਇਆ ਜੋ ਸਾਰੇ ਫੇਲ ਹੋ ਗਏ। ਇਮਤਿਹਾਨ ਵਿੱਚ ਪਰਚਾ ਇੰਨਾ ਕਠਿਨ ਆਇਆ ਜੋ ਸਾਰੇ ਫੇਲ ਹੋ ਗਏ। ਤਾਂ ਫੇਲ ਹੋਣਾ ਕੀ ਹੈ? ਇੱਕ ਕਿਰਿਆ ਹੈ ਅਤੇ ਕਿਰਿਆ ਦਾ ਫਲ ਜਾਂ ਨਤੀਜਾ ਕੀ ਹੈ ਕਿ ਇਮਤਿਹਾਨ ਵਿੱਚ ਪਰਚਾ ਇੰਨਾ ਕਠਿਨ ਆਇਆ ਜੋ ਸਾਰੇ ਕੀ ਹੋ ਗਏ? ਫੇਲ ਹੋ ਗਏ। ਤਾਂ ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜੇ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਫਲਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਅੱਗੇ ਹੈ ਮੰਤਵਵਾਚਕ ਅਧੀਨ ਯੋਜਕ। ਜਦੋਂ ਅਧੀਨ ਉਪਵਾਕ ਦੀ ਕਿਰਿਆ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲਾ ਯੋਜਕ ਮੰਤਵਵਾਚਕ ਅਧੀਨ ਯੋਜਕ ਕਹਾਉਂਦਾ ਹੈ। ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲਾ ਯੋਜਕ ਮੰਤਵਵਾਚਕ ਅਧੀਨ ਯੋਜਕ ਕਹਾਉਂਦਾ ਹੈ। ਜਿਵੇਂ ਕਿ ਰਾਮ ਇਲਾਜ ਕਰਵਾ ਰਿਹਾ ਹੈ ਤਾਂ ਜੋ ਕਿ ਠੀਕ ਹੋ ਜਾਵੇ। ਰਾਮ ਇਲਾਜ ਕਰਵਾ ਰਿਹਾ ਹੈ ਤਾਂ ਜੋ ਠੀਕ ਹੋ ਜਾਵੇ। ਤਾਂ ਇਹ ਸ਼ਬਦ ਜਿਹੜਾ ਹੈ ਇਹ ਮੰਤਵ ਦੱਸ ਰਿਹਾ ਹੈ ਕਿ ਰਾਮ ਇਲਾਜ ਕਰਵਾ ਰਿਹਾ ਹੈ ਤਾਂ ਜੋ ਠੀਕ ਹੋ ਜਾਵੇ। ਤਾਂ ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਧੀਨ ਉਪਵਾਕ ਕੀ ਹੈ? ਜੋ ਠੀਕ ਹੋ ਜਾਵੇ। ਤਾਂ ਇਹਦਾ ਮੰਤਵ ਕੀ ਹੈ ਕਿ ਰਾਮ ਇਲਾਜ ਕਰਵਾ ਰਿਹਾ ਹੈ ਤਾਂ ਜੋ ਠੀਕ ਹੋ ਜਾਵੇ। ਤਾਂ ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲਾ ਯੋਜਕ ਮੰਤਵਵਾਚਕ ਅਧੀਨ ਯੋਜਕ ਕਹਾਉਂਦਾ ਹੈ। ਅੱਗੇ ਹੈ ਸ਼ਰਤਵਾਚਕ ਅਧੀਨ ਯੋਜਕ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਵਾਲੇ ਦੱਸੇ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਵਾਲਾ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਸ਼ਰਤਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਜੇ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਇਲਾਜ ਕਰਾਓ। ਜੇ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਇਲਾਜ ਕਰਾਓ। ਤਾਂ ਠੀਕ ਹੋਣਾ ਹੈ ਤਾਂ ਇਲਾਜ ਕਰਵਾਓ। ਤਾਂ ਸ਼ਬਦ ਕੀ ਹੈ? ਇਹ ਇੱਕ ਸ਼ਰਤਵਾਚਕ ਅਧੀਨ ਯੋਜਕ ਹੈ, ਕਿਉਂਕਿ ਇਹ ਸ਼ਰਤ ਦੱਸ ਰਿਹਾ ਹੈ ਕਿ ਜੇ ਠੀਕ ਹੋਣਾ ਹੈ ਤਾਂ ਇਲਾਜ ਕਰਾਓ। ਅੱਗੇ ਹੈ ਵਿਰੋਧਵਾਚਕ ਅਧੀਨ ਯੋਜਕ। ਵਿਰੋਧਵਾਚਕ ਅਧੀਨ ਯੋਜਕ। ਜਿਸ ਸਮੇਂ ਕੋਈ ਅਧੀਨ ਯੋਜਕ ਇਸ ਕਿਸਮ ਦੇ ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ। ਜਿਸ ਸਮੇਂ ਕੋਈ ਅਧੀਨ ਯੋਜਕ ਇਸ ਕਿਸਮ ਦੇ ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪਵਾਕ ਦਾ ਪ੍ਰਧਾਨ ਉਪਵਾਕ ਨਾਲ ਵਿਰੋਧ ਪ੍ਰਗਟ ਹੋਵੇ ਤਾਂ ਅਜਿਹੇ ਯੋਜਕ ਨੂੰ ਵਿਰੋਧਵਾਚਕ ਅਧੀਨ ਯੋਜਕ ਆਖਿਆ ਜਾਂਦਾ ਹੈ। ਜਿਵੇਂ ਕਿ ਭਾਵੇਂ ਉਹ ਗੱਭਰੂ ਹੈ ਪਰ ਡਰਪੋਕ ਹੈ। ਤਾਂ ਇੱਥੇ ਵਿਰੋਧ ਦੱਸਿਆ ਗਿਆ ਹੈ ਕਿ ਭਾਵੇਂ ਉਹ ਗੱਭਰੂ ਹੈ ਪਰ ਕੀ ਹੈ? ਡਰਪੋਕ ਹੈ। ਤਾਂ ਪਰ ਸ਼ਬਦ ਜਿਹੜਾ ਹੈ ਇਹ ਕਿਸ ਲਈ ਆਇਆ ਹੈ? ਵਿਰੋਧਵਾਚਕ ਅਧੀਨ ਯੋਜਕ ਹੈ। ਪਰ ਸ਼ਬਦ ਇੱਕ ਵਿਰੋਧਵਾਚਕ ਅਧੀਨ ਯੋਜਕ ਹੈ।
ਅੱਗੇ ਹੈ ਤੁਲਨਾਵਾਚਕ ਅਧੀਨਯੋਜਕ। ਜਦੋਂ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਦੇ ਗੁਣਾ ਔਗੁਣਾ ਆਦਿ ਦਾ ਟਾਕਰਾ ਕਰਨ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨਯੋਜਕਾਂ ਨੂੰ ਤੁਲਨਾਵਾਚਕ ਅਧੀਨਯੋਜਕ ਕਿਹਾ ਜਾਂਦਾ ਹੈ। ਜਦੋਂ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਦੇ ਗੁਣਾ ਔਗੁਣਾ ਆਦਿ ਦਾ ਟਾਕਰਾ ਕਰਨ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨਯੋਜਕਾਂ ਨੂੰ ਹੀ ਤੁਲਨਾਵਾਚਕ ਅਧੀਨਯੋਜਕ ਕਿਹਾ ਜਾਂਦਾ ਹੈ। ਜਿਵੇਂ ਕਿ ਮਹਿੰਦਰ ਇੰਨਾ ਨਾਲਾਇਕ ਹੈ, ਮੰਨੋ ਕੋਰਾ ਅਨਪੜ੍ਹ ਹੈ। ਮਹਿੰਦਰ ਇੰਨਾ ਨਾਲਾਇਕ ਹੈ, ਮੰਨੋ ਕੋਰਾ ਅਨਪੜ੍ਹ ਹੈ। ਤਾਂ ਇਹਦੀ ਤੁਲਨਾ ਕੀਤੀ ਜਾ ਰਹੀ ਹੈ ਕਿਸ ਬੰਦੇ ਨਾਲ? ਅਨਪੜ੍ਹ ਬੰਦੇ ਨਾਲ। ਕਿ ਮਹਿੰਦਰ ਜਿਹੜਾ ਹੈ ਇਹ ਇੰਨਾ ਨਾਲਾਇਕ ਬੰਦਾ ਹੈ ਕਿ ਮੰਨੋ ਜਿਵੇਂ ਕਿ ਕੋਈ ਅਨਪੜ੍ਹ ਬੰਦਾ ਹੋਵੇ। ਤਾਂ ਇਹ ਕੀ ਹੈ? ਤੁਲਨਾਵਾਚਕ ਅਧੀਨਯੋਜਕ। ਤਾਂ ਇਹ ਸੀ ਸਾਡਾ ਪੰਜਾਬੀ ਗ੍ਰਾਮਰ ਦਾ ਅੱਜ ਦਾ ਟੌਪਿਕ ਯੋਜਕ। ਇਹ ਟੌਪਿਕ ਜੇ ਤੁਹਾਨੂੰ ਪਸੰਦ ਆਇਆ ਹੋਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਸਬਸਕ੍ਰਾਈਬ ਕਰੋ। ਧੰਨਵਾਦ।